गुड मॉर्निंग स्टूडेंट्स। बेटे अज आपां अपना भाग दूजा पंजाबी दा ਉਹਦੇ ਵਿੱਚ ਪਹਿਲਾ अपना ਜਿਹੜਾ पॉइंट आ ਉਹ ਹੈਗਾ ਕਾਰ ਵਿਹਾਰ ਦੇ ਪੱਤਰ। ਕਾਰ ਵਿਹਾਰ ਦੇ ਪੱਤਰ ਕੀ ਹੁੰਦੇ ਆ ਵੀ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮਕਾਰ ਆਪਣਾ ਸ਼ੁਰੂ ਕਰਨਾ ਹੈ ਉਹਦੇ ਵਾਸਤੇ ਪੱਤਰ ਲਿਖੇ ਜਾਣ। ਸੈਕੰਡਰੀ ਪੱਧਰ ਤੱਕ ਲੇਖ ਰਚਨਾ ਦੀ ਪੜ੍ਹਾਈ ਵਿੱਚ ਬਿਨੇ ਪੱਤਰ ਅਤੇ ਨਿੱਜੀ ਪੱਤਰ ਲਿਖਣ ਬਾਰੇ ਦੱਸਿਆ ਗਿਆ ਸੀ ਵੀ ਪਹਿਲਾਂ ਤਾਂ ਆਪਾਂ ਜਿਹੜੇ ਐਪਲੀਕੇਸ਼ਨਸ ਲਿਖਦੇ ਸੀਗੇ, ਸਕੂਲ ਨੂੰ ਲਿਖਦੇ ਸੀ, ਪ੍ਰਿੰਸੀਪਲ ਸਾਹਿਬ ਨੂੰ ਲਿਖਦੇ ਸੀ, ਜਾਂ ਆਪਣੇ ਜਿਹੜੇ ਨਿੱਜੀ ਪੱਤਰ ਹੁੰਦੇ ਸੀਗੇ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਲਿਖਦੇ ਸੀਗੇ, ਉਹਨਾਂ ਬਾਰੇ ਪੜ੍ਹਿਆ। ਪਰ ਜਿਹੜੀ ਆਪਣੀ ਹੁਣ ਕਲਾਸ ਹੈ +2 ਉਹਦੇ ਲਾਜ਼ਮੀ ਪੰਜਾਬੀ ਦੇ ਪਾਠਕ੍ਰਮ ਵਿੱਚ ਕਾਰ ਵਿਹਾਰ ਦੇ ਪੱਤਰ ਲਿਖਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਜੋਕੇ युग ਵਿੱਚ ਵਣਜ ਵਪਾਰ ਦਾ ਮਹੱਤਵ ਵਧਣ ਕਰਕੇ ਕਾਰ ਵਿਹਾਰ ਦੇ ਪੱਤਰ ਲਿਖਣ ਦੀ ਲੋੜ ਵੀ ਵੱਧ ਗਈ ਹੈ। ਵਣਜ ਵਪਾਰ ਵਿੱਚ ਲੱਗੇ ਲੋਕਾਂ ਲਈ ਤਾਂ ਕਾਰ ਵਿਹਾਰ ਦੇ ਪੱਤਰ ਲਿਖਣ ਦੀ ਜਾਂਚ ਆਉਣੀ ਜ਼ਰੂਰੀ ਹੈ ਵੀ ਜਿਹੜੇ ਵੀ ਲੋਕ ਜ਼ਿਆਦਾਤਰ ਵਪਾਰ ਕਰਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜਿਹੜੇ ਅਸੀਂ ਪੱਤਰ ਲਿਖਣੇ ਆ ਉਹ ਕਿਸ ਤਰੀਕੇ ਦੇ ਨਾਲ ਲਿਖਣੇ। ਕਈ ਵਾਰ ਉਹਨਾਂ ਨੂੰ ਕੋਈ ਚੀਜ਼ ਮੰਗਵਾਉਣੀ ਪੈਂਦੀ ਹੈ ਜਾਂ ਜਿਹੜੀ ਚੀਜ਼ ਆ ਗਈ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਨਾ ਕੋਈ ਨੁਕਸ ਪੈ ਜਾਂਦੇ ਆ, ਉਹ ਚੇਂਜ ਕਰਵਾਉਣੀ, ਠੀਕ ਕਰਵਾਉਣੀ, ਉਹਦੇ ਵਾਸਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਪੱਤਰ ਆ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਲਿਖਣੇ ਆ। ਆਮ ਨਾਗਰਿਕ ਨੂੰ ਵੀ ਇੱਕ ਗਾਹਕ ਵਜੋਂ ਅਜਿਹੇ ਪੱਤਰ ਲਿਖਣ ਦੀ ਜ਼ਰੂਰਤ ਪੈ ਸਕਦੀ ਹੈ। ਆਮ ਨਾਗਰਿਕ ਨੂੰ ਕਿਵੇਂ ਪੈ ਸਕਦੀ ਹੈ ਵੀ ਉਹ ਚੀਜ਼ ਖਰੀਦ ਕੇ ਲੈ ਕੇ ਆਏ ਆ, ਖਰੀਦ ਕੀਤੀ ਹੋਈ ਜਿਹੜੀ ਚੀਜ਼ ਆ ਉਹ ਗਲਤ ਹੈ ਤੇ ਉਹਨੇ ਚੇਂਜ ਕਰਵਾਉਣੀ ਹੈ। ਬੀਤੇ ਸਮੇਂ ਵਿੱਚ ਕਾਰ ਵਿਹਾਰ ਸਰਲ ਭਾਂਤ ਦਾ ਹੁੰਦਾ ਸੀ। ਆਮ ਮਨੁੱਖ ਦਾ ਵਾਹ ਆਪਣੇ ਨੇੜੇ ਦੇ ਕਸਬੇ ਜਾਂ ਛੋਟੇ ਸ਼ਹਿਰ ਦੀ ਮੰਡੀ ਜਾਂ ਬਾਜ਼ਾਰ ਤੱਕ ਹੀ ਪੈਂਦਾ ਸੀ। ਇਸ ਲਈ ਉਹ ਆਪਣੀ ਪੈਦਾਵਾਰ ਨੂੰ ਵੇਚਣ ਜਾਂ ਆਪਣੀ ਲੋੜ ਦੀਆਂ ਵਸਤਾਂ ਖਰੀਦਣ ਲਈ ਨਿੱਜੀ ਤੌਰ ਤੇ ਜਾਂਦਾ ਸੀ ਵੀ ਜਦੋਂ ਵੀ ਉਹਨੇ ਕੋਈ ਚੀਜ਼ ਜਿਹੜਾ ਪਹਿਲਾਂ ਦਾ ਇਨਸਾਨ ਸੀ ਕੋਈ ਚੀਜ਼ ਵੇਚਣੀ ਹੁੰਦੀ ਸੀ, ਖਰੀਦਣੀ ਹੁੰਦੀ ਸੀ ਤਾਂ ਉਹਨੂੰ ਆਪ ਹੀ ਜਾਣਾ ਪੈਂਦਾ ਸੀ। ਵਸਤਾਂ ਦੀ ਖਰੀਦ ਵੇਚ ਕਰਨੀ, ਉਹਨਾਂ ਦੀ ਮਿਕਦਾਰ ਘੱਟ ਵੱਧ ਕਰਨੀ, ਅਣਲੋੜੀਂਦੀਆਂ ਵਾਧੂ ਵਸਤਾਂ ਨੂੰ ਮੋੜਨਾ, ਨੁਕਸ ਵਾਲੀਆਂ ਵਸਤਾਂ ਨੂੰ ਵਟਾਉਣਾ, ਕਿਸੇ ਨਵੀਂ ਵਸਤ ਬਾਰੇ ਪੁੱਛਗਿੱਛ ਕਰਨੀ, ਕੋਈ ਗਲਤ ਫਹਿਮੀ ਦੂਰ ਕਰਨੀ ਆਦਿ ਬਾਰੇ ਦੂਜੀ ਧਿਰ ਨਾਲ ਗੱਲਬਾਤ ਆਪ ਜਾ ਕੇ ਹੀ ਕਰਨੀ ਪੈਂਦੀ ਸੀ। ਅਜੋਕੇ ਸਮੇਂ ਵਿੱਚ ਮੰਡੀ ਦਾ ਬੇਓੜਕ ਵਿਸਤਾਰ ਹੋਇਆ ਹੈ। ਇਹ ਕਿਸੇ ਇੱਕ ਕਸਬੇ ਜਾਂ ਸ਼ਹਿਰ ਦੀ ਥਾਂ ਦੇਸ਼ ਵਿਦੇਸ਼ ਦੇ ਅਨੇਕਾਂ ਸ਼ਹਿਰਾਂ ਤੱਕ ਫੈਲ ਚੁੱਕੀ ਹੈ। ਖਰੀਦਣ ਤੇ ਵੇਚਣ ਵਾਲੀਆਂ ਵਸਤਾਂ ਦੀ ਬੇਸ਼ੁਮਾਰ ਹੋ ਗਈਆਂ ਹਨ। ਹੁਣ ਤਾਂ ਸਾਡਾ ਪੇਂਡੂ ਸਮਾਜ ਵੀ ਮੰਡੀ ਦੇ ਘੇਰੇ ਵਿੱਚ ਆ ਚੁੱਕਿਆ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਹਰ ਥਾਂ ਆਪ ਜਾ ਕੇ ਗੱਲ ਕਰਨੀ ਸਮੇਂ ਤੇ ਖਰਚੇ ਦੇ ਪੱਖੋਂ ਜੇ ਅਸੰਭਵ ਨਹੀਂ ਤਾਂ ਮਹਿੰਗੀ ਜ਼ਰੂਰ ਹੈ। ਦੂਜੇ ਬੰਨੇ ਸੰਚਾਰ ਸਾਧਨ ਕਾਫੀ ਉન્નਤ ਹੋ ਗਏ ਹਨ। ਢੋਆ ਢੁਆਈ ਦੇ ਸਾਧਨ ਵੀ ਫੈਲੇ ਤੇ ਵਿਕਸਿਤ ਹੋਏ ਹਨ। ਇਸ ਲਈ ਇੱਕ ਤਰ੍ਹਾਂ ਘਰ ਬੈਠਿਆਂ ਹੀ ਕਾਰੋਬਾਰ ਕੀਤਾ ਜਾ ਸਕਦਾ ਹੈ। ਭਾਵੇਂ ਜਿਵੇਂ ਪਹਿਲਾਂ ਜਾ ਕੇ ਸਾਨੂੰ ਸਾਰੀ ਗੱਲਬਾਤ ਕਰਨੀ ਪੈਂਦੀ ਹੁੰਦੀ ਸੀ ਮੰਡੀ ਦੇ ਵਿੱਚ, ਹੁਣ ਜ਼ਿਆਦਾਤਰ ਜਿਹੜੀ ਗੱਲ ਆਪਾਂ ਘਰ ਵਿੱਚ ਬੈਠ ਕੇ ਹੀ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਵਾਜਾਈ ਦੇ ਸਾਧਨ ਜਿਹੜੇ ਉਹ ਸਹੀ ਤਰੀਕੇ ਦੇ ਨਾਲ ਵਿਕਸਿਤ ਹੋ ਚੁੱਕੇ ਹਨ। ਇਹ ਇੱਕ ਕਸਬੇ ਜਾਂ ਸ਼ਹਿਰ ਦੀ ਥਾਂ ਦੇਸ਼ ਵਿਦੇਸ਼ ਦੇ ਅਨੇਕਾਂ ਸ਼ਹਿਰਾਂ ਤੱਕ ਫੈਲ ਚੁੱਕੀ ਹੈ। ਖਰੀਦਣ ਤੇ ਵੇਚਣ ਵਾਲੀਆਂ ਵਸਤਾਂ ਜਿਹੜੀਆਂ ਉਹਨਾਂ ਦੀ ਬੇਸ਼ੁਮਾਰ ਹੋ ਗਈ ਹੈ। ਹੁਣ ਤਾਂ ਸਾਡਾ ਪੇਂਡੂ ਸਮਾਜ ਵੀ ਮੰਡੀ ਦੇ ਘੇਰੇ ਵਿੱਚ ਆ ਚੁੱਕਾ ਹੈ ਵੀ ਪਿੰਡ ਦੇ ਜਿਹੜੇ ਲੋਕ ਹੈ ਉਹ ਵੀ ਜ਼ਿਆਦਾਤਰ ਮੰਡੀਆਂ ਦਾ ਉਹੀ ਜ਼ਿਆਦਾ ਸਮਾਨ ਆਪਣਾ ਖਰੀਦਣਾ ਪਸੰਦ ਕਰਦੇ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਹਰ ਥਾਂ ਆਪ ਜਾ ਕੇ ਗੱਲ ਕਰਨੀ ਸਮੇਂ ਤੇ ਖਰਚੇ ਦੇ ਪੱਖੋਂ ਜੇ ਅਸੰਭਵ ਨਹੀਂ ਤਾਂ ਮਹਿੰਗੀ ਜ਼ਰੂਰ ਹੈ। ਇਹ ਆਪਾਂ ਸਾਰਾ ਪੜ੍ਹ ਹੀ ਚੁੱਕੇ ਹਾਂ ਵੀ ਕਿਸ ਤਰ੍ਹਾਂ ਹੁਣ ਢੋਆ ਢੁਆਈ ਦੇ ਸਾਧਨ ਵੀ ਆਪਾਂ ਨੂੰ ਆਸਾਨੀ ਦੇ ਨਾਲ ਮਿਲ ਜਾਂਦੇ ਆ। ਸੰਚਾਰ ਸਾਧਨ ਉન્નਤ ਹੋ ਚੁੱਕੇ ਹੈ। ਘਰ ਬੈਠ ਕੇ ਹੀ ਆਪਣਾ ਜਿਹੜਾ ਅਸੀਂ ਕਾਰੋਬਾਰ ਹੈ ਆਸਾਨੀ ਦੇ ਨਾਲ ਕਰ ਸਕਦੇ ਹਾਂ। ਇਸ ਤਰ੍ਹਾਂ ਇਸ ਸੰਬੰਧੀ ਕਾਰੋਬਾਰੀ ਪੱਤਰਾਂ ਦਾ ਵਿਸ਼ੇਸ਼ ਮਹੱਤਵ ਹੈ ਵੀ ਇਹਦੇ ਵਾਸਤੇ ਸਾਨੂੰ ਜਿਹੜੇ ਕਾਰੋਬਾਰ ਦੇ ਨਾਲ ਸੰਬੰਧਿਤ ਹੈ ਪੱਤਰ ਉਹ ਲਿਖਣੇ ਆਉਣੇ ਚਾਹੀਦੇ ਹੈ। ਕਾਰੋਬਾਰੀ ਪੱਤਰ ਇੱਕ ਤਰ੍ਹਾਂ ਦੂਜੀ ਧਿਰ ਨਾਲ ਲਿਖਤੀ ਗੱਲਬਾਤ ਹੀ ਹੁੰਦੀ ਹੈ। ਕਾਰੋਬਾਰ ਦੇ ਮਾਮਲਿਆਂ ਵਿੱਚ ਟੈਲੀਫੋਨ ਆਦਿ ਰਾਹੀਂ ਜ਼ਬਾਨੀ ਗੱਲਬਾਤ ਨਾਲੋਂ ਪੱਤਰ ਨੂੰ ਲਿਖਤੀ ਸਬੂਤ ਬਣ ਜਾਣ ਦੀ ਦ੍ਰਿਸ਼ਟੀ ਤੋਂ ਜ਼ਿਆਦਾ ਠੀਕ ਮੰਨਿਆ ਜਾਂਦਾ ਹੈ। ਕਾਰ ਵਿਹਾਰ ਦੇ ਪੱਤਰ ਨਿੱਜੀ ਪੱਤਰ ਨਾਲੋਂ ਕੁਝ ਗੱਲਾਂ ਵਿੱਚ ਭਿੰਨ ਹੁੰਦਾ ਹੈ। ਨਿੱਜੀ ਪੱਤਰ ਵਿੱਚ ਆਪਣੇ ਕਿਸੇ ਪਰਿਵਾਰ ਦੇ ਮੈਂਬਰ, ਨੇੜਲੇ ਸੰਬੰਧੀ, ਮਿੱਤਰ, ਸਹੇਲੀ ਆਦਿ ਨੂੰ ਲਿਖਿਆ ਜਾਂਦਾ ਹੈ। ਪਹਿਲਾਂ ਬਣੇ ਸੰਬੰਧ ਅਤੇ ਭਾਵਿਕ ਸਾਂਝ ਅਜਿਹੇ ਪੱਤਰ ਦਾ ਆਧਾਰ ਬਣਦੇ ਹਨ। ਇਸ ਤਰ੍ਹਾਂ ਵਿਅਕਤੀ ਇੱਕ ਅਧਿਕਾਰ ਨਾਲ ਪੱਤਰ ਲਿਖਦਾ ਹੈ। ਪੱਤਰ ਵਿੱਚ ਆਪਣੇ ਨਿੱਜੀ ਅਨੁਭਵ, ਦੁੱਖ ਸੁੱਖ ਅਤੇ ਹੋਰ ਭਾਵ ਹੈ ਜਿਹੜਾ ਬਿਨਾਂ ਕਿਸੇ ਸੰਕੋਚ ਤੋਂ ਹੀ ਬਿਆਨ ਕੀਤੇ ਜਾਂਦੇ ਹਨ।
ਪੱਤਰ ਦੇ ਆਕਾਰ ਦੀ ਵੀ ਕੋਈ ਨਿਸ਼ਚਿਤ ਸੀਮਾ ਨਹੀਂ ਹੁੰਦੀ। ਨਿੱਜੀ ਪੱਤਰ ਹਰ ਇੱਕ ਦੇ ਪੜ੍ਹਨ ਲਈ ਨਹੀਂ ਹੁੰਦੇ ਤੇ ਨਾ ਹੀ ਇਹਨਾਂ ਦਾ ਕੋਈ ਰਿਕਾਰਡ ਰੱਖਣਾ ਜ਼ਰੂਰੀ ਹੁੰਦਾ ਹੈ। ਇਹ ਪੱਤਰ ਆਮ ਤੌਰ ਤੇ ਦਸਤਾਵੇਜ਼ ਨਹੀਂ ਹੁੰਦੇ। ਮਹਾਨ ਵਿਅਕਤੀਆਂ ਦੇ ਲਿਖੇ ਨਿੱਜੀ ਪੱਤਰ ਜਿਹੜੇ ਬੇਸ਼ੱਕ ਸਾਂਭੇ ਜਾਣ ਦੇ ਹੱਕਦਾਰ ਹੁੰਦੇ ਹਨ, ਕਿਉਂਕਿ ਇਹ ਉਹਨਾਂ ਦੇ ਜੀਵਨ ਤੇ ਸਮੇਂ ਬਾਰੇ ਚਾਨਣਾ ਪਾਉਂਦੇ ਹਨ। ਆਮ ਤੌਰ ਤੇ ਨਿੱਜੀ ਪੱਤਰਾਂ ਦੀ ਕੋਈ ਕਾਨੂੰਨੀ ਮਹੱਤਤਾ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਵਿੱਤੀ ਲੈਣ ਦੇਣ ਦੀ ਜ਼ਿੰਮੇਵਾਰੀ ਇਹਨਾਂ ਦਾ ਕਾਰਨ ਬਣਦੀ ਹੈ। ਕਾਰ ਵਿਹਾਰ ਦੇ ਪੱਤਰ ਵਿੱਚ ਭਾਸ਼ਾ ਸਪਸ਼ਟ, ਸਿੱਧੀ ਅਤੇ ਮੋਹ ਮਮਤਾ ਦੇ ਭਾਵਾਂ ਤੋਂ ਮੁਕਤ ਹੁੰਦੀ ਹੈ। ਵੀ ਕਿਸੇ ਤਰ੍ਹਾਂ ਦਾ ਮੋਹ ਭਾਵ ਜਿਹੜਾ ਇਹਦੇ ਵਿੱਚ ਪ੍ਰਗਟ ਨਹੀਂ ਕੀਤਾ ਜਾਂਦਾ। ਇਹ ਤਾਂ ਦੂਜੀ ਕਾਰੋਬਾਰੀ ਧਿਰ ਨਾਲ ਕੇਵਲ ਕਾਰੋਬਾਰ ਦੇ ਸੰਬੰਧ ਵਿੱਚ ਲਿਖਤੀ ਗੱਲਬਾਤ ਹੁੰਦੀ ਹੈ। ਵੀ ਇਹਦੇ ਵਿੱਚ ਜਿਹੜੇ ਆਪਣੇ ਮਨ ਦੇ ਭਾਵ ਹੁੰਦੇ ਆ ਉਹਨਾਂ ਨੂੰ ਆਪਾਂ ਪ੍ਰਗਟ ਨਹੀਂ ਕਰਦੇ। ਸਿਰਫ ਜਿਹੜੇ ਕਾਰ ਵਿਹਾਰ ਦੇ ਪੱਤਰ ਹੁੰਦੇ ਆ ਇਹਦੇ ਵਿੱਚ ਆਪਾਂ ਜੋ ਆਪਣੇ ਕਾਰੋਬਾਰ ਦੇ ਨਾਲ ਸੰਬੰਧਿਤ ਗੱਲਾਂ ਹੁੰਦੀਆਂ ਉਹਨਾਂ ਨੂੰ ਹੀ ਬਿਆਨ ਕੀਤਾ ਜਾਂਦਾ ਹੈ ਤੇ ਨਾ ਹੀ ਇਹਦੇ ਵਿੱਚ ਕਿਸੇ ਵੀ ਗੱਲ ਨੂੰ ਜ਼ਿਆਦਾ ਵਧਾ ਚੜਾ ਕੇ ਜਾਂ ਜ਼ਿਆਦਾ ਸ਼ਿੰਗਾਰ ਕੇ ਲਿਖਣ ਦੀ ਲੋੜ ਹੁੰਦੀ ਹੈ। ਕਿਸੇ ਗੱਲ ਨੂੰ ਵਧਾ ਚੜਾ ਕੇ, ਅਲੰਕਾਰਾਂ ਨਾਲ ਸ਼ਿੰਗਾਰ ਕੇ ਜਾਂ ਸੰਕੇਤਿਕ ਢੰਗ ਨਾਲ ਸੰਖੇਪ ਕਰਕੇ ਦੱਸਣ ਦੀ ਲੋੜ ਨਹੀਂ ਹੁੰਦੀ। ਗੱਲ ਇਸ ਢੰਗ ਨਾਲ ਕਹੀ ਜਾਂਦੀ ਹੈ ਕਿ ਉਹ ਐਨ ਬਿਨ ਉਵੇਂ ਹੀ ਸਮਝੀ ਜਾਵੇ। ਕਾਰੋਬਾਰੀ ਪੱਤਰ ਦੂਜੀ ਧਿਰ ਦੇ ਰਿਕਾਰਡ ਵਿੱਚ ਰੱਖਣਾ ਹੁੰਦਾ ਹੈ। ਇਸ ਦੇ ਆਧਾਰ ਤੇ ਵਿੱਤੀ ਲੈਣ ਦੇਣ ਵੀ ਕਰਨਾ ਹੁੰਦਾ ਹੈ। ਇਸ ਲਈ ਇਸ ਦਾ ਇੱਕ ਸ਼ਬਦ ਸੋਚ ਸਮਝ ਕੇ ਅਤੇ ਤੱਥਾਂ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ। ਕਿਸੇ ਝਗੜੇ ਦੀ ਹਾਲਤ ਵਿੱਚ ਇਸ ਨੂੰ ਕਚਹਿਰੀ ਵਿੱਚ ਇੱਕ ਸਬੂਤ ਵਜੋਂ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਲਈ ਇਸ ਵਿੱਚ ਕੋਈ ਗਲਤ ਬਿਆਨੀ ਜਾਂ ਅਸਪਸ਼ਟਤਾ ਦੀ ਗੁੰਜਾਇਸ਼ ਨਹੀਂ ਹੁੰਦੀ। ਇਸ ਦਾ ਆਕਾਰ ਭਾਵੇਂ ਨਿਸ਼ਚਿਤ ਨਹੀਂ ਹੁੰਦਾ, ਫਿਰ ਵੀ ਇਸ ਵਿੱਚ ਵਾਧੂ ਵਿਸਤਾਰ ਲਈ ਕੋਈ ਗੁੰਜਾਇਸ਼ ਨਹੀਂ ਹੁੰਦੀ। ਕਾਰ ਵਿਹਾਰ ਦਾ ਪੱਤਰ ਭਾਵੇਂ ਰਸਮੀ ਢੰਗ ਨਾਲ ਲਿਖਿਆ ਜਾਂਦਾ ਹੈ ਤਾਂ ਵੀ ਸਲੀਕਾ ਹੱਥੋਂ ਨਹੀਂ ਛੱਡਿਆ ਜਾਣਾ। ਵੀ ਜੋ ਵੀ ਆਪਾਂ ਕਾਰ ਵਿਹਾਰ ਦੇ ਪੱਤਰ ਵਿੱਚ ਲਿਖ ਰਹੇ ਹਾਂ ਉਹਨੂੰ ਸਹੀ ਤਰੀਕੇ ਦੇ ਨਾਲ ਹੀ ਲਿਖਿਆ ਜਾਣਾ ਚਾਹੀਦਾ ਹੈ। ਕਿਸੇ ਵੀ ਗੱਲ ਨੂੰ ਜ਼ਿਆਦਾ ਵਧਾ ਚੜਾ ਕੇ ਨਹੀਂ ਲਿਖਣਾ ਚਾਹੀਦਾ ਵੀ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਝਗੜਾ ਜਿਹੜਾ ਉਹ ਉਤਪੰਨ ਹੋਵੇ। ਤੇ ਜੇਕਰ ਝਗੜਾ ਹੋ ਵੀ ਜਾਂਦਾ ਹੈ ਤਾਂ ਉਹ ਇੱਕ ਤਰੀਕੇ ਦੇ ਨਾਲ ਆਪਣੇ ਕੋਲੇ ਸਬੂਤ ਬਣ ਜਾਂਦਾ ਹੈ। ਅਜਿਹੇ ਪੱਤਰ ਦਾ ਮਨੋਰਥ ਕਾਰੋਬਾਰ ਦਾ ਵਾਧਾ ਕਰਨਾ ਜਾਂ ਕਿਸੇ ਖਰੀਦ ਵੇਚ ਵਿੱਚ ਆਪਣਾ ਚੰਗਾ ਪ੍ਰਭਾਵ ਦੇਣਾ ਹੁੰਦਾ ਹੈ। ਇਸ ਲਈ ਸ਼ਿਸ਼ਟਾਚਾਰ ਤੇ ਸਦਭਾਵਨਾ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਦੂਜੀ ਧਿਰ ਦਾ ਮਾਣ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨਿੱਜੀ ਪੱਤਰਾਂ ਵਾਂਗ ਕੋਈ ਭਾਵਕ ਸਾਂਝ ਕਾਰ ਵਿਹਾਰ ਦੇ ਪੱਤਰ ਦਾ ਆਧਾਰ ਨਹੀਂ ਹੁੰਦੀ। ਫਿਰ ਵੀ ਇਸ ਵੰਨਗੀ ਦੇ ਪੱਤਰ ਕਾਰੋਬਾਰੀ ਸੰਬੰਧਾਂ ਨੂੰ ਸਥਾਪਿਤ ਕਰਨ ਅਤੇ ਪੱਕਾ ਕਰਨ ਵਾਲੇ ਸਿੱਧਿਤ ਹੁੰਦੇ ਹਨ। ਇਸ ਲਈ ਕਾਰੋਬਾਰੀ ਪੱਤਰ ਵਿੱਚ ਇਹ ਪ੍ਰਭਾਵ ਦੇਣਾ ਹੁੰਦਾ ਹੈ ਕਿ ਜਿਸ ਕਾਰੋਬਾਰ ਦੇ ਸੰਬੰਧ ਵਿੱਚ ਇਹ ਪੱਤਰ ਹੈ ਉਸ ਵਿੱਚ ਦੂਜੀ ਧਿਰ ਦੇ ਹਿੱਤ ਦੀ ਗੱਲ ਵੀ ਹੈ। ਕਾਰ ਵਿਹਾਰ ਦਾ ਪੱਤਰ ਬਿਨੈ ਪੱਤਰ ਨਾਲੋਂ ਵੀ ਕੁਝ ਭਿੰਨ ਹੁੰਦਾ ਹੈ। ਬਿਨੈ ਪੱਤਰ ਵਿੱਚ ਕੀ ਹੁੰਦਾ ਵੀ ਜਿਹੜਾ ਵੀ ਕੋਈ ਅਧਿਕਾਰੀ ਵਿਅਕਤੀ ਹੁੰਦਾ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਤੇ ਇਸ ਬਿਨੈ ਪੱਤਰ ਵਿੱਚ ਕਿਸੇ ਅਧਿਕਾਰ ਰੱਖਣ ਵਾਲੇ ਕੋਲ ਬੇਨਤੀ ਕੀਤੀ ਜਾਂਦੀ ਹੈ। ਤੇ ਜਿਹੜਾ ਕਾਰ ਵਿਹਾਰ ਦਾ ਪੱਤਰ ਹੁੰਦਾ ਉਹਦੇ ਵਿੱਚ ਜਿਹੜੀਆਂ ਦੋਨੋਂ ਧਿਰਾਂ ਹੁੰਦੀਆਂ ਉਹ ਬਰਾਬਰ ਸਮਝੀਆਂ ਜਾਂਦੀਆਂ ਤੇ ਉਹਨਾਂ ਵਿੱਚ ਇੱਕ ਦੂਜੇ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਗੱਲ ਕੀਤੀ ਜਾਂਦੀ ਹੈ। ਬਿਨੈ ਪੱਤਰ ਜਿਹੜਾ ਉਹਦੇ ਵਿੱਚ ਅਸੀਂ ਆਦਰ ਦੀ ਭਾਵਨਾ ਨੂੰ ਪ੍ਰਗਟਾਉਂਦੇ ਹਾਂ ਤੇ ਜਿਹੜਾ ਕਾਰ ਵਿਹਾਰ ਦਾ ਪੱਤਰ ਹੁੰਦਾ ਉਹਦੇ ਵਿੱਚ ਅਸੀਂ ਆਪਣਾ ਸਲੀਕਾ, ਆਪਣਾ ਸ਼ਿਸ਼ਟਾਚਾਰ ਹੈ ਜਿਹੜਾ ਉਸ ਤਰੀਕੇ ਦੇ ਨਾਲ ਹੀ ਗੱਲ ਕਰਦੇ ਹਾਂ। ਤੇ ਕਾਰ ਵਿਹਾਰ ਦਾ ਪੱਤਰ ਲਿਖਣਾ ਇੱਕ ਕਲਾ ਸਮਝੀ ਜਾਂਦੀ ਹੈ ਤੇ ਇਸ ਲਈ ਪੱਤਰ ਦੇ ਮਨੋਰਥ ਬਾਰੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਨਾਲ ਸਾਨੂੰ ਵਣਜ ਵਪਾਰ ਜਿਹੜਾ ਵੀ ਅਸੀਂ ਕਰ ਰਹੇ ਹਾਂ ਉਹਦੇ ਪ੍ਰਤੀ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ ਉਹਦੇ ਨਾਲ ਵੀ ਜਾਣੂ ਹੋਣਾ ਜ਼ਰੂਰੀ ਹੈ ਤੇ ਇਹਦੇ ਵਿੱਚ ਭਾਸ਼ਾ ਦੀ ਵੀ ਸਹੀ ਤਰੀਕੇ ਦੇ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਸੰਖੇਪ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਕਾਰ ਵਿਹਾਰ ਦਾ ਪੱਤਰ ਜਿਹੜਾ ਇਹ ਬੜਾ ਸੰਖੇਪ, ਸਾਦਾ, ਸਿੱਧਾ ਹੋਣਾ ਚਾਹੀਦਾ ਹੈ। ਇਸ ਵਿੱਚ ਸ਼ਿਸ਼ਟਾਚਾਰ ਹੋਣਾ ਜ਼ਰੂਰੀ ਹੈ। ਵਪਾਰ ਨੂੰ ਵਧਾਉਣ ਲਈ ਦੂਜੀ ਧਿਰ ਦਾ ਆਦਰ ਸਤਿਕਾਰ ਵੀ ਬੜਾ ਜ਼ਰੂਰੀ ਹੈ। ਪੱਤਰ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਤੋਂ ਦੂਜੀ ਧਿਰ ਨੂੰ ਖਿੰਝ ਜਾਵੇ। ਕੋਈ ਗਾਹਕ ਚਾਹੇ ਕੌੜੀ ਜ਼ਬਾਨ ਵਰਤੇ ਪਰੰਤੂ ਇੱਕ ਵਪਾਰੀ ਦੇ ਲਈ ਅਜਿਹਾ ਕਰਨਾ ਅਯੋਗ ਮੰਨਿਆ ਜਾਂਦਾ ਹੈ। ਜੇਕਰ ਕੋਈ ਵਪਾਰੀ ਕਿਸੇ ਪ੍ਰਤੀ ਕੋਈ ਲਿਹਾਜ਼ ਨਹੀਂ ਕਰਦਾ ਜਾਂ ਨਹੀਂ ਕਰਨਾ ਚਾਹੁੰਦਾ ਤਾਂ ਉਸ ਨੂੰ ਆਪਣਾ ਉੱਤਰ ਸ਼ਿਸ਼ਟਾਚਾਰ ਵਾਲੀ ਭਾਸ਼ਾ ਦੇ ਵਿੱਚ ਦੇਣਾ ਚਾਹੀਦਾ ਹੈ। ਗਾਹਕ ਨੂੰ ਵੀ ਪੱਤਰ ਲਿਖਣ ਵੇਲੇ ਆਪਣੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਤੋਲਣਾ ਚਾਹੀਦਾ ਹੈ। ਵਣਜ ਵਪਾਰ ਦੇ ਜਿਹੜੇ ਪੱਤਰ ਆ ਉਹ ਕਈ ਤਰ੍ਹਾਂ ਦੇ ਹੋ ਸਕਦੇ ਹੈ। ਇਹਨਾਂ ਵਿੱਚ ਖਰੀਦ ਲਈ ਆਰਡਰ ਕਰਨਾ ਵੀ ਹੋ ਸਕਦਾ ਹੈ,
ਪ੍ਰਾਪਤ ਕੀਤੇ ਮਾਲ ਦੇ ਖਰਾਬ ਜਾਂ ਦੋਸ਼ਪੂਰਨ ਹੋਣ ਦੀ ਸ਼ਿਕਾਇਤ ਵੀ ਹੋ ਸਕਦੀ ਹੈ ਤੇ ਮਿੱਥੀਆਂ ਗਈਆਂ ਸ਼ਰਤਾਂ ਦੇ ਭੰਗ ਕੀਤੇ ਜਾਣ ਬਾਰੇ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਪ੍ਰਕਾਰ ਲੈਣਦਾਰੀਆਂ ਪ੍ਰਾਪਤ ਕਰਨ, ਬੈਂਕਾਂ ਜਾਂ ਹੋਰ ਵਿੱਤੀ ਨਿਗਮਾਂ ਤੋਂ ਕਰਜ਼ੇ ਲੈਣ ਅਤੇ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਲਈ ਚਿੱਠੀ ਪੱਤਰ ਕੀਤੇ ਜਾਣੇ ਚਾਹੀਦੇ ਹਨ। ਜਿਨ੍ਹਾਂ ਵਪਾਰ ਦਾ ਖੇਤਰ ਵੱਧ ਰਿਹਾ ਹੈ, ਉਨਾ ਹੀ ਉਸ ਬਾਰੇ ਪੱਤਰ ਵਿਹਾਰ ਦਾ ਖੇਤਰ ਵੀ ਫੈਲ ਰਿਹਾ ਹੈ।